ਜਿੱਦਣ ਉਹ ਬੰਦ ਸਿੰਘ ਨੂੰ ਉਹਦੇ ਆਪਣੀ ਧੀ ਦੇ ਰੇਪ ਦੇ ਦੋਸ਼ੀਆਂ ਦੇ ਖਿਲਾਫ ਉਹਨੇ ਆਵਾਜ਼ ਉਠਾਈ ਤਾਂ ਉਹਦੀਆਂ ਦੋਨੇ ਬਾਹਾਂ ਦੋਨੇ ਲੱਤਾਂ ਕੱਟਦੀਆਂ। ਉਦੋਂ ਤਾਂ ਅਕਾਲੀ ਦਲ ਨੇ ਧਰਨਾ ਦਿੱਤਾ ਨਹੀਂ। ਮਨਪ੍ਰੀਤ ਇਆਲੀ ਜਿਹੜੇ ਵਿਧਾਨ ਸਭਾ ਜਿਮਨੀ ਚੋਣ ਦੇ ਵਿੱਚ ਜਿੱਤੇ ਨੇ, ਅੱਜ ਉਹ ਆਏ ਸੀ, ਉਹਨਾਂ ਦੇ ਮੂੰਹੋਂ ਇਹ ਗੱਲ ਵੀ ਨਿਕਲੇ ਵੀ ਤੁਸੀਂ ਨਹੀਂ ਤਾਂ ਕਲੀਨ ਚਿੱਟੇ ਦੇ ਦਿਓ ਬੈਂਸ ਸਾਹਿਬ ਨੂੰ। ਜਿੱਦਣ ਸੁੱਚਾ ਸਿੰਘ ਲੰਗਾਹ ਦੀ ਵੀਡੀਓ ਆਈ ਉਦੋਂ ਤਾਂ ਅਕਾਲੀ ਦਲ ਨੇ ਧਰਨਾ ਦਿੱਤਾ ਨਹੀਂ। ਜਿੱਦਣ ਮਹੇਸ਼ਿੰਦਰ ਸਿੰਘ ਗਰੇਵਾਲ ਉਹਨੂੰ ਜਿੱਦਣ ਟਿਕਟ ਮਿਲੀ ਆ ਤਾਂ ਉਹ ਕਾਲਜ ਦਾ ਜਿਹੜਾ ਡਾਇਰੈਕਟਰ ਸੀ ਉਸ ਕਾਲਜ ਦੀਆਂ ਟੀਚਰਾਂ ਨੇ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਮਹੇਸ਼ਿੰਦਰ ਸਿੰਘ ਗਰੇਵਾਲ ਸਾਨੂੰ ਇਹ ਪੁੱਛਦਾ ਸੀ ਵੀ ਤੂੰ ਘਰ ਕਦੋਂ ਕੱਲੀ ਹੁੰਦੀ ਹੈ, ਜੇ ਕਹਿੰਦੇ ਸਾਨੂੰ ਡਰ ਲੱਗਦਾ ਸੀ ਜਦੋਂ ਇਹ ਆ ਜਾਂਦਾ ਸੀ। ਤਾਂ ਉਹਦੇ ਖਿਲਾਫ ਤਾਂ ਅੱਜ ਤੱਕ ਧਰਨਾ ਲਾਇਆ ਨਹੀਂ। ਅਕਾਲੀ ਦਲ ਦਾ ਤੇ ਕਾਂਗਰਸ ਦਾ ਅੰਦਰ ਖਾਤੇ ਜਿਹੜਾ ਹੈਗਾ ਉਹ ਅੱਖ ਮਟੱਕਾ ਹੈਗਾ ਆ, ਇਹ ਤਾਂ ਆਪਾਂ ਨੂੰ ਪਤਾ ਹੀ ਆ। ਸਾਡਾ ਤਾਂ ਅਕਾਲੀ ਦਲ ਬੀਜੇਪੀ ਮੌਕੇ ਵੀ 36 ਦਾ ਅੰਕੜਾ ਹੀ ਰਿਹਾ। 550 ਕਿਲੋਮੀਟਰ ਦੇ ਵਿੱਚ ਇੱਕ ਸਿੰਗਲ ਸ਼ਖਸ ਨਹੀਂ ਸਾਨੂੰ ਮਿਲਿਆ ਜਿਹਨੇ ਕਿਹਾ ਹੋਵੇ ਕਿ ਆਹ ਗੱਲ ਮਾੜੀ। ਉਹਨੇ ਇਹ ਗੱਲ ਕਹੀ ਵੀ ਬੈਂਸ ਸਾਹਿਬ ਘਬਰਾਇਓ ਨਾ, ਅਸੀਂ ਤੁਹਾਡੇ ਨਾਲ ਆ, ਸਾਨੂੰ ਪਤਾ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਜਿਹੜੀ ਆ ਡਾਂਗ ਦੀ ਤਲਵਾਰ ਤਾਂ ਬਣਾ ਦੂਗੀ, ਲੇਕਿਨ ਡਾਂਗ ਹੱਥ 'ਚ ਹੋਣੀ ਤਾਂ ਚਾਹੀਦੀ ਆ। ਅਕਾਲੀ ਦਲ ਨੇ ਰਾਜਨੀਤੀ ਕੀਤੀ ਧਰਮ ਦੇ ਨਾਮ ਦੇ ਉੱਤੇ, ਧਰਮ ਦੇ ਨਾਮ ਦੇ ਉੱਤੇ ਰਾਜਨੀਤੀ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਸ ਵੇਲੇ ਤਾਂ ਅਕਾਲੀਆਂ ਨੇ ਧਰਨੇ ਲਾਏ ਨਹੀਂ। ਨਮਸਕਾਰ, ਸਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਐਸਕੇ ਬੈਂਸ ਸਵਾਗਤ ਕਰਦਾ ਹਾਂ। ਦਰਸ਼ਕੋ, ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਵਿਖੇ ਇੱਕ ਵਿਧਵਾ ਔਰਤ ਵੱਲੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਜਿਹੜੇ ਲੁਧਿਆਣਾ ਤੋਂ ਵਿਧਾਇਕ ਵੀ ਨੇ ਸਿਮਰਜੀਤ ਸਿੰਘ ਬੈਂਸ ਉਹਨਾਂ ਤੇ ਰੇਪ ਦੇ ਆਰੋਪ ਲਗਾਏ ਜਾ ਰਹੇ ਨੇ, ਜਿਸ ਨੂੰ ਲੈ ਕੇ ਜਿਹੜੀ ਉਹ ਔਰਤ ਆ ਉਸ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਤੇ ਨਾਲ ਹੀ ਜਿਹੜੀਆਂ ਸਿਆਸੀ ਪਾਰਟੀਆਂ ਆ, ਇਹ ਆਪਾਂ ਜਾਣਦੇ ਹਾਂ ਕਿ ਜਦੋਂ ਵੀ ਕਿਸੇ ਕੋਈ ਵੱਡੀ ਹਸਤੀ ਜਾਂ ਸਿਆਸੀ ਹਸਤੀ ਉੱਤੇ ਕੋਈ ਵੀ ਇੱਦਾਂ ਦੇ ਐਲੀਗੇਸ਼ਨ ਲੱਗਦੇ ਆ ਤਾਂ ਉਹਦੀ ਰਾਜਨੀਤੀ ਹੋਣੀ ਤਾਂ ਇਹ ਸੁਭਾਵਿਕ ਗੱਲ ਹੈ। ਸੋ ਉਸੇ ਨੂੰ ਲੈ ਕੇ ਰਾਜਨੀਤੀ ਵੀ ਜਿਹੜੀ ਜ਼ੋਰਾਂ ਸ਼ੋਰਾਂ 'ਤੇ ਪੰਜਾਬ ਵਿੱਚ ਚੱਲ ਰਹੀ ਹੈ। ਤੇ ਖਾਸ ਕਰ ਆਪਾਂ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਲਗਾਤਾਰ ਕਦੇ ਬੈਂਸ ਉਹਨਾਂ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅੱਜ ਉਹਨਾਂ ਵੱਲੋਂ ਇਹ ਜਿਹੜਾ ਲੁਧਿਆਣੇ ਦੇ ਕਮਿਸ਼ਨਰ ਨੇ ਉਹਨਾਂ ਦੇ ਦਫ਼ਤਰ ਦਾ ਘਿਰਾਓ ਕੀਤਾ ਜਾ ਰਿਹਾ ਤੇ ਨਾਲ ਉਹਨਾਂ ਦੇ ਇਹ ਜਿਹੜੇ ਆਪਣੇ ਕਹਿ ਸਕਦੇ ਹਾਂ ਕਿ ਅਕਾਲੀ ਦਲ ਤੋਂ ਇਹ ਟੁੱਟ ਕੇ ਹੁਣ ਭਾਜਪਾ ਜਿਹੜੇ ਵੱਖਰੀ ਹੋ ਚੁੱਕੀ ਹੈ। ਸੋ ਭਾਜਪਾ ਦੀ ਜਿਹੜੀ ਮਹਿਲਾ ਵਿੰਗ ਆ ਉਹਨਾਂ ਦੇ ਜਿਹੜਾ ਨਾਲ ਉਹਨਾਂ ਨੂੰ ਸਾਥ ਮਿਲ ਰਿਹਾ ਤੇ ਉਹ ਵੀ ਨਾਲ ਇਹੀ ਮੰਗ ਕਰ ਰਿਹਾ ਕਿ ਜਿਹੜੇ ਪੀੜਤ ਔਰਤ ਆ ਉਸ ਨੂੰ ਇਨਸਾਫ ਦਿੱਤਾ ਜਾਵੇ ਤੇ ਬੈਂਸ ਉਹਨਾਂ ਤੇ ਇਹ ਬਣਦੀ ਕਾਰਵਾਈ ਕੀਤੀ ਜਾਵੇ। ਸੋ ਇਸ ਸਾਰੇ ਮਸਲੇ ਨੂੰ ਲੈ ਕੇ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਇਹ ਲੋਕ ਇਨਸਾਫ ਪਾਰਟੀ ਦੇ ਜਿਹੜੇ ਇਹ ਸਟੇਟ ਦੇ ਐਸਸੀ ਵਿੰਗ ਦੇ ਪ੍ਰਧਾਨ ਨੇ ਤੇ ਨਾਲ ਹੀ ਇਹ ਐਸਸੀ ਆਪਣੇ ਦੁਆਬਾ ਜ਼ੋਨ ਦੇ ਇੰਚਾਰਜ ਨੇ ਪਾਰਟੀ ਵੱਲੋਂ ਜਰਨੈਲ ਨੰਗਲ ਹੁਣੀ, ਉਹ ਸਾਡੇ ਨਾਲ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਮਸਲੇ ਵਿੱਚ ਜੋ ਵੀ ਇਹ ਹਲੇ ਤੱਕ ਜਿਹੜੇ ਐਲੀਗੇਸ਼ਨ ਲੱਗ ਰਹੇ ਜਾਂ ਉਸ ਔਰਤ ਵੱਲੋਂ ਜਾਂ ਹੋਰ ਵਿਰੋਧੀ ਪਾਰਟੀਆਂ ਵੱਲੋਂ ਲੱਗ ਰਹੇ ਆ ਉਸ ਸੰਬੰਧੀ ਇਹਨਾਂ ਨਾਲ ਸਾਰੀ ਨਾਲ ਵਿਸਥਾਰਪੂਰਵਕ ਗੱਲ ਕਰਾਂਗੇ। ਸੋ ਨੰਗਲ ਸਾਹਿਬ, ਪਹਿਲਾਂ ਤਾਂ ਸਵਾਗਤ ਹੈ ਸਾਂ ਟੀਵੀ ਤੇ। ਧੰਨਵਾਦ ਜੀ, ਬਹੁਤ ਬਹੁਤ। ਸਰ, ਜਿਸ ਤਰ੍ਹਾਂ ਤੁਸੀਂ ਹਮੇਸ਼ਾ ਹੀ ਕਿਉਂਕਿ ਕਹਿ ਸਕਦੇ ਹਾਂ ਕਿ ਤੁਸੀਂ ਉਸ ਪਾਰਟੀ ਵਿੱਚੋਂ ਤੇ ਖਾਸ ਕਰ ਨਾਲ ਵੀ ਬੈਂਸ ਦੇ ਕਾਫੀ ਕਰੀਬੀ ਹੋ, ਤੁਸੀਂ ਕਿਵੇਂ ਲੈਂਦੇ ਹੋ ਜਿਹੜੀ ਇੱਕ ਔਰਤ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਇਹ ਜਿਹੜੇ ਖਾਸ ਕਰ ਇੱਕ ਅਕਾਲੀ ਦਲ ਕਿਉਂਕਿ ਟਾਰਗੇਟ ਕੀਤਾ ਜਾ ਰਿਹਾ ਪੂਰੀ ਤਰ੍ਹਾਂ ਬੈਂਸ ਉਹਨਾਂ ਨੂੰ। ਤੇ ਇੱਕ ਇਹਦੇ ਵਿੱਚ ਹੋਰ ਗੱਲ ਜਿਹੜੀ ਮੈਂ ਮੈਂਸ਼ਨ ਕਰਨੀ ਚਾਹਾਂਗਾ ਕਿ ਜਦੋਂ ਜਿਹੜੀ ਤੁਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਪੰਜਾਬ ਨੂੰ ਬਚਾਉਣ ਲਈ, ਉਸੇ ਦਿਨ ਇੱਕ ਮਹਿਲਾ ਆਉਂਦੀ ਹੈ ਤੇ ਉਹ ਆਣ ਕੇ ਇਹ ਪਾਰਟੀ ਪ੍ਰਧਾਨ ਉੱਤੇ ਇਹ ਰੇਪ ਦੇ ਜਿਹੜੇ ਆਰੋਪ ਲਗਾ ਦਿੰਦੀ ਹੈ। ਸਾਰੇ ਮਸਲੇ ਨੂੰ ਕਿਸ ਲਿਹਾਜ਼ ਨਾਲ ਲੈਂਦੇ ਹੋ? ਦੇਖੋ, ਇਹ ਇੱਕ ਬਹੁਤ ਸਾਰੇ ਸਵਾਲਾਂ ਦੇ ਵਿੱਚ ਤੁਹਾਡਿਆਂ ਦੇ ਵਿੱਚ ਇਸ ਚੀਜ਼ ਦਾ ਜਵਾਬ ਤਾਂ ਵੈਸੇ ਹੈ ਕਿ ਇਹ ਪੂਰਾ ਜਿਹੜਾ ਮਾਮਲਾ ਆ ਉਹ ਰਾਜਨੀਤਿਕ ਆ। ਬੈਂਸ ਸਾਹਿਬ ਨੂੰ ਰਾਜਨੀਤਿਕ ਤੌਰ ਦੇ ਉੱਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮੈਂ ਇੱਥੇ ਇੱਕ ਗੱਲ ਕਹਿ ਦੇਵਾਂ ਵੀ ਇਹ ਸਿਰਫ ਤੇ ਸਿਰਫ ਬੈਂਸ ਸਾਹਿਬ ਦੀ ਸ਼ਖਸੀਅਤ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਨਹੀਂ ਹੈ, ਇੱਥੇ ਪੰਜਾਬ ਦੇ ਹਿੱਤਾਂ ਦਾ ਘਾਣ ਹੋ ਰਿਹਾ। ਕਿਉਂਕਿ ਬੈਂਸ ਸਾਹਿਬ ਇੱਕ ਉਹ ਸ਼ਖਸੀਅਤ ਨੇ ਕਿ ਜਿਹੜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਰਹੇ ਆ, ਜਿਹੜੇ ਪੰਜਾਬ ਦੇ ਹਿੱਤਾਂ ਨੂੰ ਬਚਾਉਣ ਦੇ ਲਈ ਦਿਨ ਪਰ ਰਾਤ ਲੱਗੇ ਹੋਏ ਆ। ਇਹ ਸਾਨੂੰ ਇਸ ਵੇਲੇ ਕਿਰਦਾਰ ਚੈੱਕ ਕਰਨੇ ਚਾਹੀਦੇ ਆ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ, ਮੈਂ ਸਮਝਦਾ ਕਿ ਅੱਜ ਉਹ ਇੰਨੀ ਘਟੀਆ ਰਾਜਨੀਤੀ ਦੇ ਉੱਤੇ ਉਤਰ ਆਏ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹਨਾਂ ਦੇ ਅੱਜ ਮੈਂ ਦੇਖ ਰਿਹਾ ਸੀ ਕਿ ਮਨਪ੍ਰੀਤ ਇਆਲੀ ਜਿਹੜੇ ਵਿਧਾਨ ਸਭਾ ਜਿਮਨੀ ਚੋਣ ਦੇ ਵਿੱਚ ਜਿੱਤੇ ਨੇ, ਅੱਜ ਉਹ ਆਏ ਸੀ, ਉਹਨਾਂ ਦੇ ਮੂੰਹੋਂ ਇਹ ਗੱਲ ਵੀ ਨਿਕਲੇ ਵੀ ਤੁਸੀਂ ਨਹੀਂ ਤਾਂ ਕਲੀਨ ਚਿੱਟੇ ਦੇ ਦਿਓ ਬੈਂਸ ਸਾਹਿਬ ਨੂੰ। ਤੋ ਉਹ ਜਿਹੜੀ ਚੀਜ਼ ਹੈਗੀ ਆ ਉਹ ਸਿਰਫ ਬੈਂਸ ਸਾਹਿਬ ਦੀ ਸ਼ਖਸੀਅਤ ਨੂੰ ਖਰਾਬ ਕਰਨ ਦੇ ਲਈ ਲੱਗੇ ਹੋਏ ਆ। ਔਰ ਇਹਦੀ ਜਿਹੜੀ ਮਿਸਾਲ ਆ, ਇਹਦੀ ਮਿਸਾਲ ਤੁਸੀਂ ਜਿਹੜਾ ਗੱਲ ਕੀਤੀ ਕਿ ਇੱਕ ਪਾਸੇ ਪੰਜਾਬ ਦੇ ਪਾਣੀਆਂ ਦੀ ਲੜਾਈ, ਪੰਜਾਬ ਦੇ ਵਿੱਚ ਜਿਹੜਾ ਸਾਡਾ ਖੇਤ ਸਾਡਾ ਪਾਣੀ ਸਾਡਾ ਹੱਕ, 16 ਤਰੀਕ ਨੂੰ ਅਸੀਂ ਮੁਹਿੰਮ ਸ਼ੁਰੂ ਕਰਦੇ ਹਾਂ ਔਰ 16 ਤਰੀਕ ਨੂੰ ਹੀ ਉਹ ਔਰਤ ਜਿਹੜੀ ਆ ਇੱਕ ਦਰਖਾਸਤ ਦਿੰਦੀ ਆ ਔਰ ਦਰਖਾਸਤ ਜਿਹੜੀ ਹੈਗੀ ਆ ਪੂਰੀ ਰਾਜਨੀਤੀ ਤੋਂ ਪ੍ਰੇਰਿਤ ਆ ਔਰ ਉਹਦੇ ਵਿੱਚ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਆ। ਦੇਖੋ,
ਬੈਂਸ ਸਾਹਿਬ ਕੋਈ ਆਮ ਤੁਰੇ ਜਾਂਦੇ ਇਨਸਾਨ ਨਹੀਂ ਹੈ। ਉਹ ਇੱਕ ਉਹ ਸ਼ਖਸ ਨੇ ਜਿਹੜੇ ਹਰ ਮੁੱਦੇ ਦੇ ਉੱਤੇ ਜਿਹੜਾ ਬੜੇ ਬੇਵਾਕ ਤਰੀਕੇ ਦੇ ਨਾਲ ਬੋਲਦੇ ਨੇ, ਔਰ ਇਸ ਕਰਕੇ ਉਹਨਾਂ ਨੂੰ ਕਈਆਂ ਦੇ ਅੱਖਾਂ 'ਚ ਵੀ ਉਹ ਰੜਕਦੇ ਆ, ਅਤੇ ਕਈ ਤਰੀਕੇ ਨਾਲ ਲੋਕ ਜਿਹੜੇ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਇਸ ਵੇਲੇ ਲੋਕਾਂ ਨੇ ਨਕਾਰ ਦਿੱਤੇ ਆ, ਉਹ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਬੈਂਸ ਨੂੰ ਨੁਕਸਾਨ ਪਹੁੰਚਾਇਆ ਜਾਵੇ। ਔਰ ਅੱਜ ਇੱਕ ਔਰਤ ਦੇ ਥਰੂ ਇਹ ਕੰਮ ਕਰਵਾਇਆ ਜਾ ਰਿਹਾ, ਔਰ ਉਹ ਔਰਤ ਜਿਹੜੀ ਇਲਜ਼ਾਮ ਲਗਾ ਰਹੀ ਆ ਵੀ ਮੇਰੇ ਨਾਲ ਬੈਂਸ ਨੇ 12 ਵਾਰ ਇਹ ਜਿਹੜਾ ਕੁਕਰਮ ਕੀਤਾ, ਤਾਂ ਉਹ 12 ਵਾਰ, ਔਰ ਘਟਨਾ ਕਿੱਥੋਂ ਦੀ ਦੱਸ ਰਹੀ ਹੈ? ਦਫ਼ਤਰ ਦੀ। ਔਰ ਦਫ਼ਤਰ ਜਿਹੜਾ ਹੈਗਾ ਉਹ ਦਫ਼ਤਰ ਸਾਡੇ ਲਈ ਇੱਕ ਮੰਦਿਰ ਆ, ਜਿੱਥੇ ਲੋਕ ਆਉਂਦੇ ਆ, ਲੋਕ ਆਪਣੇ ਮੁਸ਼ਕਲਾਂ ਲੈ ਕੇ ਆਉਂਦੇ ਆ, ਔਰ ਬੈਂਸ ਸਾਹਿਬ, ਵੱਡੇ ਬੈਂਸ ਸਾਹਿਬ ਔਰ ਉਹਨਾਂ ਦਾ ਸਾਰਾ ਸਟਾਫ ਉੱਥੇ ਮੌਜੂਦ ਹੁੰਦਾ ਆ, ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਕੀਤੇ ਜਾਂਦੇ ਆ। ਉੱਥੇ ਜਿੰਨੀ ਦੇਰ ਤੱਕ ਬੈਂਸ ਸਾਹਿਬ ਉੱਥੇ ਬੈਠਦੇ ਆ, ਸਾਰਾ ਸਟਾਫ ਉੱਥੇ ਹੁੰਦਾ, ਉਨੀ ਦੇਰ ਲੋਕਾਂ ਦੀ ਗਿਣਤੀ ਜਿਹੜੀ ਉਹ ਸੈਂਕੜਿਆਂ ਦੇ ਵਿੱਚ ਹੁੰਦੀ ਆ, ਕੋਈ ਉੱਥੇ 1-2 ਨਹੀਂ ਹੁੰਦੇ। ਦੂਸਰੀ ਗੱਲ, ਉਸ ਦਫ਼ਤਰ ਦੇ ਵਿੱਚ CCTV ਕੈਮਰੇ ਲੱਗੇ ਹੋਏ ਆ। ਤੀਸਰੀ ਗੱਲ, ਉਸ ਹਰ ਰੂਮ ਦੇ ਡੋਰ ਜਿਹੜਾ ਆ ਉਹ ਸ਼ੀਸ਼ੇ ਦਾ ਆ, ਉਹਦੇ ਵਿੱਚ ਸ਼ੀਸ਼ਾ ਲੱਗਾ ਹੋਇਆ ਆ। ਔਰ ਇਹ ਜਿਹੜੀਆਂ ਚੀਜ਼ਾਂ ਆ, ਇਹ ਚੀਜ਼ਾਂ ਸਾਰੀਆਂ ਨੂੰ ਨਜ਼ਰਅੰਦਾਜ਼ ਕਿੱਦਾਂ ਕੀਤਾ ਜਾ ਸਕਦਾ ਹੈ? ਸਟਾਫ ਉੱਥੇ ਬੈਠਾ ਹੁੰਦਾ, ਉੱਥੇ ਔਰਤਾਂ ਵੀ ਸਾਡੀਆਂ ਭੈਣਾਂ ਉੱਥੇ ਕੰਮ ਕਰਦੀਆਂ ਹੈਗੀਆਂ, ਜਿੱਥੇ ਸੇਵਾ ਕੇਂਦਰ ਆਪਣਾ ਬਣਾਇਆ ਹੈਗਾ ਉਸੇ ਦਫ਼ਤਰ ਦੇ ਵਿੱਚ, ਔਰ ਉਹ ਭੈਣਾਂ ਉੱਥੇ ਮੌਜੂਦ ਹੁੰਦੀਆਂ। ਔਰ ਦੂਸਰੀ ਗੱਲ ਹੈ ਕਿ ਇਹ ਸਾਨੂੰ ਸਿਰਫ ਇੱਕੋ ਗੱਲ ਨਜ਼ਰ ਆ ਰਹੀ ਹੈ ਇਹਦੇ ਵਿੱਚ, ਕਿ ਜਿਹੜੀ ਉਸ ਬੀਬੀ ਨੇ ਦਰਖਾਸਤ ਦਿੱਤੀ ਹੈ, ਉਹਦੇ ਵਿੱਚ ਉਹਨੇ ਸਿਰਫ ਉਹਦੀ ਮਜਬੂਰੀ ਬਣ ਗਈ ਵੀ ਦਫ਼ਤਰ ਦਾ ਬਕੂਆ ਦੱਸਣਾ, ਕਿਉਂਕਿ ਦਫ਼ਤਰ ਜਿਹੜਾ ਹੈਗਾ ਉੱਥੇ ਬੈਂਸ ਸਾਹਿਬ ਦੀ ਲੋਕੇਸ਼ਨ ਆਉਣੀ ਹੈ, ਕਿਉਂਕਿ ਉਹ ਉੱਥੇ ਬੈਠਦੇ ਆ। ਜੇ ਉਹ ਕਿਤੇ ਹੋਟਲ ਦਾ ਕਹਿੰਦੀ ਤਾਂ ਫਿਰ ਲੋਕੇਸ਼ਨ ਜਿਹੜੀ ਟਾਵਰ ਲੋਕੇਸ਼ਨ ਹੈ ਉਹ ਮੈਚ ਨਹੀਂ ਸੀ ਕਰਨੀ, ਇਸ ਕਰਕੇ ਉਹ ਕਹਿਤਾ। ਲੇਕਿਨ ਦਫ਼ਤਰ ਦੇ ਵਿੱਚ ਕੋਈ ਇੱਦਾਂ ਦੀ ਜਗ੍ਹਾ ਹੀ ਹੈ ਨਹੀਂ ਕਿ ਜਿੱਥੇ ਇੱਦਾਂ ਦੀ ਕੋਈ ਕਾਨੂੰਨੀ ਹਰਕਤ ਜਿਹੜੀ ਹੈਗੀ ਆ ਕੋਈ ਅੰਜਾਮ ਦੇ ਸਕੇ। ਬੈਂਸ ਸਾਹਿਬ ਹਮੇਸ਼ਾ ਲੋਕਾਂ ਨੂੰ ਮਿਲਦੇ ਆ ਔਰ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਆ, ਦਫ਼ਤਰ ਦੇ ਵਿੱਚ ਬੈਠਦੇ ਆ। ਇਸ ਕਰਕੇ ਇਹ ਤਾਂ ਸਿਰੇ ਤੋਂ ਹੀ ਗੱਲ ਜਿਹੜੀ ਆ ਉਹ ਨਕਾਰੀ ਜਾ ਸਕਦੀ ਹੈ, ਮੰਨਣ ਲਾਇਕ ਹੀ ਹੈ ਨਹੀਂ। ਔਰ ਦੂਸਰੀ ਗੱਲ, ਇਹ ਔਰਤ ਦਾ ਕਿਰਦਾਰ ਜਿਹੜਾ ਆ, ਇਹ ਔਰਤ, ਇਸ ਬੀਬੀ ਨੇ ਕੁਝ ਸਮਾਂ ਪਹਿਲਾਂ ਜਿਹੜਾ ਪਿੱਛੋਂ ਬੈਕਗਰਾਉਂਡ ਚੱਲਦੀ ਆ ਰਹੀ ਆ, ਉਹਦੇ ਵੱਲ ਵੀ ਸਾਨੂੰ ਨਿਗਾਹ ਮਾਰ ਲੈਣੀ ਚਾਹੀਦੀ ਆ। ਉਹ ਬੈਕਗਰਾਉਂਡ ਜਿਹੜੀ ਪਿਛਲੇ ਪਾਸਿਓਂ ਉਹ ਇਹ ਆ ਵੀ ਇਹ ਵਿਧਵਾ ਔਰਤ, ਇਹਦਾ ਘਰ ਜਿਹੜਾ ਆ ਇਹਨੇ ਬੈਂਕ ਦੇ ਕੋਲੋਂ ਗਹਿਣੇ ਰੱਖ ਕੇ ਲੋਨ ਲਿਆ ਹੋਇਆ ਸੀ। ਇਹਦੇ ਹਸਬੈਂਡ ਦੀ ਮੌਤ ਹੋ ਗਈ, ਕਿਸ਼ਤਾਂ ਟੁੱਟ ਗਈਆਂ, ਬੈਂਕ ਵਾਲੇ ਘਰ ਨੂੰ ਜਿਹੜਾ ਤਾਲਾ ਲਾਉਣ ਨੂੰ ਫਿਰਦੇ ਸੀਗੇ, ਤਾਂ ਫਿਰ ਇਹ ਬੈਂਸ ਸਾਹਿਬ ਕੋਲ ਆਈ ਵੀ ਮੇਰਾ ਘਰ ਜਿਹੜਾ ਆ ਉਹ ਬੈਂਕ ਨੇ ਕੁਰਕ ਕਰ ਦੇਣਾ, ਤਾਲਾ ਲਾ ਦੇਣਾ, ਅਤੇ ਮੈਨੂੰ ਉਸ ਮਕਾਨ ਦੀ ਪੂਰੀ ਕੀਮਤ ਨਹੀਂ ਮਿਲਣੀ, ਅਤੇ ਤੁਸੀਂ ਕੋਈ ਮਤਲਬ ਕਿਰਪਾ ਕਰੋ ਮੇਰੇ 'ਤੇ, ਮੇਰੀ ਹੈਲਪ ਕਰੋ। ਬਈ ਇੱਕ ਸਾਡੇ ਮੁਹੱਲੇ ਦੇ ਵਿੱਚ KK ਬਿਲਡਰ ਨਾਮ ਦਾ ਕੰਪਨੀ ਹੈਗੀ ਆ, ਉਹਦਾ ਮਾਲਕ ਹੈਗਾ ਸੁਖਚੈਨ ਸਿੰਘ, ਵੀ ਤੁਹਾਡਾ ਉਹ ਵਾਕਫ ਹੈਗਾ, ਤੁਸੀਂ ਉਹਨੂੰ ਕਹਿ ਦਿਓ ਵੀ ਮੇਰਾ ਉਹ ਮਕਾਨ ਰੱਖ ਲਵੇ, ਮੈਨੂੰ ਕੋਈ ਪੈਸਾ ਬਚ ਜੂ, ਮੈਂ ਬਾਅਦ ਵਿੱਚ ਮੇਰਾ ਸਿਰ ਢੱਕਣ ਹੋ ਜੂ। ਬੈਂਸ ਸਾਹਿਬ ਨੇ ਉਸ ਪ੍ਰੋਪਰਟੀ ਡੀਲਰ ਨੂੰ, ਸੁਖਚੈਨ ਸਿੰਘ ਨੂੰ ਬੁਲਾ ਕੇ ਇਹਦਾ ਮਕਾਨ ਜਿਹੜਾ ਹੈਗਾ ਉਹ ਵਿਕਵਾਤਾ, ਬੈਂਕ ਦਾ ਲੋਨ ਜਿਹੜਾ ਉਹ ਕਲੀਅਰ ਕਰਵਾਤਾ, 3,60,000 ਰੁਪਈਆ ਇਹਨੂੰ ਵਾਪਸ ਦਵਾਤਾ, ਇਹਨੂੰ ਮਿਲ ਗਿਆ। ਔਰ ਨਾਲ ਫਿਰ ਇਹ ਕਹਿਣ ਲੱਗੀ ਬਈ ਮੈਨੂੰ ਜਿਹੜਾ ਹੈਗਾ ਕੋਈ ਛੋਟਾ ਮੋਟਾ ਪਲਾਟ ਵੀ 60 ਗਜ ਦਾ ਪਲਾਟ ਵੀ ਇਹਨੂੰ ਦਵਾਤਾ। ਔਰ 60 ਗਜ ਦਾ ਪਲਾਟ ਉਸ ਵੇਲੇ ਲੋਕਡਾਊਨ ਤੋਂ ਪਹਿਲਾਂ ਦੀਆਂ ਗੱਲਾਂ, ਉਸ ਵੇਲੇ ਉਹਨੇ ਬਿਲਡਰ ਨੇ ਇਹ ਗੱਲ ਕਹਿ ਕੇ ਵੀ ਇਹ ਪਲਾਟ ਦੀ ਕੀਮਤ ਇੰਨੀ ਕੁ ਹੈਗੀ, ਮੈਂ ਤੁਹਾਨੂੰ ਦੇਣਾ ਹੈਗਾ, ਉਹ ਚੀਜ਼ ਉਹਨੂੰ ਵੇਚ ਦਿੱਤੀ। ਇਨਵੇਟਮੈਂਟ ਲੋਕਡਾਊਨ ਹੋ ਗਿਆ, ਕਰਫਿਊ ਲੱਗ ਗਿਆ ਕਰੋਨਾ ਦੇ ਕਰਕੇ। ਇਹ ਬੀਬੀ ਫਿਰ ਉਸ ਬਿਲਡਰ ਨੂੰ ਕਹਿਣ ਲੱਗ ਪਈ ਵੀ ਭਾਈ ਮੈਂ ਇਹ ਪਲਾਟ ਨਹੀਂ ਰੱਖਣਾ, ਇਹਦੀ ਮੈਨੂੰ ਪੈਸੇ ਦੇ ਦਿਓ। ਕਹਿੰਦਾ ਵੀ ਇਸ ਟਾਈਮ ਦੇ ਵਿੱਚ ਲੋਕਡਾਊਨ ਦੇ ਵਿੱਚ ਮੈਂ ਇਹ ਪਲਾਟ ਕਿਹਨੂੰ ਵੇਚੂੰਗਾ? ਵਿਕਿਆ ਹੋਇਆ ਜਿਹੜਾ ਪਲਾਟ ਆ ਉਹਨੂੰ ਵਾਪਸ ਦੇ ਰਹੀ ਸੀ, ਲੇਕਿਨ ਉਹਨੇ ਕਹਿਤਾ ਵੀ ਅਜੇ ਨਹੀਂ ਹੋ ਸਕਦਾ ਜਾਂ ਇੰਨੇ ਦਾ ਨਹੀਂ ਵਿਕਣਾ। ਤਾਂ ਇਹਨੇ ਉਹ ਦਰਖਾਸਤ ਉਸ ਬਿਲਡਰ 'ਤੇ, ਸੁਖਚੈਨ ਸਿੰਘ 'ਤੇ ਵੀ ਇਹੀ ਦਰਖਾਸਤ, ਸੇਮ ਇਲਜ਼ਾਮ ਲਗਾਏ ਵੀ ਮੇਰਾ ਰੇਪ ਦੇ ਹੀ ਇਲਜ਼ਾਮ ਵੀ ਮੇਰੇ ਨਾਲ ਇਹਨੇ ਸਰੀਰਕ ਸ਼ੋਸ਼ਣ ਕੀਤਾ ਆ, ਇਹ ਪਿਛਲੇ ਲੰਮੇ ਸਮੇਂ ਤੋਂ ਕਰ ਰਿਹਾ, ਇਹ ਇਲਜ਼ਾਮ ਲਗਾਏ। ਉਸ ਤੋਂ ਬਾਅਦ ਵਿੱਚ ਅਕਤੂਬਰ ਮਹੀਨੇ ਇਹਨੇ ਉਸ ਦਰਖਾਸਤ ਦੇ ਉੱਤੇ ਮਾਫੀ ਮੰਗ ਲਈ ਵੀ ਮੇਰੇ ਕੋਲ ਇਹ ਜਿਹੜੀਆਂ ਗਲਤਫਹਿਮੀ ਦੇ ਵਿੱਚ ਇਲਜ਼ਾਮ ਲਗਾਏ ਗਏ ਆ, ਔਰ 60,000 ਰੁਪਇਆ ਲੈ ਲਿਆ। ਇਹ ਕਿਰਦਾਰ ਚੈੱਕ ਕਰਨੇ ਚਾਹੀਦੇ ਆ। ਇੱਕ ਪਾਸੇ ਤਾਂ ਉਹ ਔਰਤ ਆ ਜਿਹੜੀ ਸਿਰਫ ਆਪਣੀ ਨਿੱਜੀ ਲੜਾਈ ਜਿਹੜੀ ਆ ਬਣਾ ਕੇ ਲੋਕਾਂ ਨੂੰ ਬਲੈਕਮੇਲ ਕਰ ਰਹੀ ਆ, ਇੱਕ ਪਾਸੇ ਉਹ ਕਿਰਦਾਰ ਆ ਜਿਹੜਾ ਆਪਣੇ ਹਿੱਤਾਂ ਨੂੰ ਜਿਹੜਾ ਹੈਗਾ ਉਹ ਇੱਕ ਪਾਸੇ ਰੱਖ ਕੇ ਪੰਜਾਬ ਦੇ ਹਿੱਤਾਂ ਨੂੰ, ਪੰਜਾਬ ਦੀ ਆਉਣ ਵਾਲੀ ਜਿਹੜੀ ਨਸਲ ਆ ਉਹਨੂੰ ਬਚਾਉਣ ਵਾਸਤੇ ਲੜਾਈ ਲੜ ਰਿਹਾ। ਤਾਂ ਸਾਨੂੰ ਚੈੱਕ ਕਰਨਾ ਚਾਹੀਦਾ। ਔਰ ਰਹੀ ਅਕਾਲੀ ਦਲ ਦੀ ਗੱਲ, ਅਕਾਲੀ ਦਲ ਨੂੰ ਤਾਂ ਮੈਨੂੰ ਸਮਝ ਨਹੀਂ ਇਹ ਆ ਰਹੀ ਵੀ ਅਕਾਲੀ ਦਲ ਆਪਣੀ ਪੀੜ੍ਹੀ ਥੱਲੇ ਸੋਟਾ ਕਦੋਂ ਮਾਰੂਗਾ। ਅਕਾਲੀ ਦਲ ਦੇ ਲੋਕ ਜਿਹੜੇ ਅੱਜ ਧਰਨਿਆਂ 'ਤੇ ਬੈਠੇ ਸੀ, ਉਹਨਾਂ ਨੂੰ ਥੋੜ੍ਹਾ ਜਿਹਾ ਪਿਛੋਕੜ ਵੱਲ ਨਿਗਾਹ ਮਾਰਨੀ ਚਾਹੀਦੀ ਹੈ। ਜਿੱਦਣ ਅਕਾਲੀ BJP ਦੀ ਸਰਕਾਰ ਸੀ, ਜਿੱਦਣ ਉਹ ਬੰਦ ਸਿੰਘ ਨੂੰ ਉਹਦੇ ਆਪਣੀ ਧੀ ਦੇ ਰੇਪ ਦੇ ਦੋਸ਼ੀਆਂ ਦੇ ਖਿਲਾਫ ਉਹਨੇ ਆਵਾਜ਼ ਉਠਾਈ ਤਾਂ ਉਹਦੀਆਂ ਦੋਨੇ ਬਾਹਾਂ ਦੋਨੇ ਲੱਤਾਂ ਕੱਟਤੀਆਂ, ਉਦੋਂ ਤਾਂ ਅਕਾਲੀ ਦਲ ਨੇ ਧਰਨਾ ਦਿੱਤਾ ਨਹੀਂ।
ਜਿੱਦਣ ਸੁੱਚਾ ਸਿੰਘ ਲੰਗਾਹ ਦੀ ਵੀਡੀਓ ਆਈ ਉਦੋਂ ਤਾਂ ਅਕਾਲੀ ਦਲ ਨੇ ਧਰਨਾ ਦਿੱਤਾ ਨਹੀਂ। ਜਿੱਦਣ ਮਹੇਸ਼ ਇੰਦਰ ਸਿੰਘ ਗਰੇਵਾਲ ਉਹਨੂੰ ਜਿੱਦਣ ਟਿਕਟ ਮਿਲੀ ਆ ਤਾਂ ਉਹ ਕਾਲਜ ਦਾ ਜਿਹੜਾ ਡਾਇਰੈਕਟਰ ਸੀ ਉਸ ਕਾਲਜ ਦੀਆਂ ਟੀਚਰਾਂ ਨੇ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਮਹੇਸ਼ ਇੰਦਰ ਸਿੰਘ ਗਰੇਵਾਲ ਸਾਨੂੰ ਇਹ ਪੁੱਛਦਾ ਸੀ ਵੀ ਤੂੰ ਘਰ ਕਦੋਂ ਇਕੱਲੀ ਹੁੰਦੀ ਹੈ, ਜੇ ਕਹਿੰਦੇ ਸਾਨੂੰ ਡਰ ਲੱਗਦਾ ਸੀ ਜਦੋਂ ਇਹ ਆ ਜਾਂਦਾ ਸੀ। ਤਾਂ ਉਹਦੇ ਖਿਲਾਫ ਤਾਂ ਅੱਜ ਤੱਕ ਧਰਨਾ ਲਾਇਆ ਨਹੀਂ, ਤੇ ਸਿਰਫ ਬੈਂਸ ਦੇ ਖਿਲਾਫ। ਔਰ ਬੈਂਸ ਦੇ ਖਿਲਾਫ ਕਿਉਂ? ਕਿਉਂਕਿ ਬੈਂਸ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਰਿਹਾ ਔਰ ਅਕਾਲੀ ਦਲ ਨੂੰ ਲੱਗ ਰਿਹਾ ਵੀ ਸਾਡੀ ਜਿਹੜੀ ਜ਼ਮੀਨ ਹੈ, ਰਾਜਨੀਤਿਕ ਜ਼ਮੀਨ ਹੈ, ਉਹ ਖਿਸਕ ਰਹੀ ਹੈ। ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਸਾਡਾ ਸੂਤ ਹੀ ਹੋਣਾ ਆ। ਇਸ ਕਰਕੇ ਇੱਦਾਂ ਦੀਆਂ ਘਿਨਾਉਣੀਆਂ ਹਰਕਤਾਂ ਜਿਹੜੀਆਂ ਉਹ ਕਰ ਰਹੇ ਆ। ਇਸ ਕਰਕੇ ਇਹ ਬਹੁਤ ਜ਼ਿਆਦਾ ਜਿਹੜੀ ਆ ਉਹ ਨਿੰਦਣਯੋਗ ਗੱਲ ਹੈ। ਇੱਕ ਅਕਾਲੀ ਦਲ ਵੱਲੋਂ ਜਿਹੜੀ ਪਿੱਛੇ ਜੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇਸੇ ਮਸਲੇ ਨੂੰ ਲੈ ਕੇ, ਉਹਨਾਂ ਨੇ ਸਿੱਧੇ ਤੌਰ ਤੇ ਜਿਹੜੀ ਕਾਂਗਰਸ ਸਰਕਾਰ ਹੈ ਸੂਬੇ ਦੀ, ਉਹਦੇ ਉੱਤੇ ਇਹ ਇਲਜ਼ਾਮ ਲਗਾਏ ਸੀ ਕਿ ਜਿਹੜੇ ਇਹ ਕਾਂਗਰਸ ਸਰਕਾਰ ਹੈ ਉਹ ਬੈਂਸ ਹੋਣਾ ਨੂੰ ਇਸ ਮਸਲੇ ਵਿੱਚੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ। ਬਿਲਕੁਲ, ਅਸੀਂ ਤਾਂ ਇਹ ਗੱਲ ਕਹਿ ਰਹੇ ਹਾਂ ਵੀ ਬਿਲਕੁਲ ਇਹ ਗਲਤ ਗੱਲ ਆ, ਕਿਉਂਕਿ ਸੀਐਮ ਹਾਊਸ ਤੋਂ ਜਿਹੜਾ ਹੈਗਾ ਉਹ ਇਹ ਐਪਲੀਕੇਸ਼ਨ ਆਉਂਦੀ ਆ। ਅਕਾਲੀ ਦਲ ਦਾ ਤੇ ਕਾਂਗਰਸ ਦਾ ਅੰਦਰ ਖਾਤੇ ਜਿਹੜਾ ਹੈਗਾ ਉਹ ਅੱਖ ਮਟੱਕਾ ਹੈਗਾ ਆ, ਇਹ ਤਾਂ ਆਪਾਂ ਨੂੰ ਪਤਾ ਹੀ ਆ। ਜੇ ਸਾਡਾ ਸਰਕਾਰ ਦੇ ਨਾਲ, ਸਾਡਾ ਤਾਂ 36 ਦਾ ਅੰਕੜਾ ਆ ਸਰਕਾਰ ਦੇ ਨਾਲ, ਸਾਡਾ ਤਾਂ ਅਕਾਲੀ ਦਲ ਬੀਜੇਪੀ ਮੌਕੇ ਵੀ 36 ਦਾ ਅੰਕੜਾ ਹੀ ਰਿਹਾ। ਬੈਂਸ ਦੇ ਉੱਤੇ ਕਿੰਨੇ ਨਜਾਇਜ਼ ਝੂਠੇ ਪਰਚੇ ਜਿਹੜੇ ਅਕਾਲੀ ਬੀਜੇਪੀ ਦੀ ਸਰਕਾਰ ਨੇ ਤੇ ਕਿੰਨੇ ਕਾਂਗਰਸ ਪਾਰਟੀ ਵਾਲੇ ਦੇ ਰਹੇ ਆ। ਬੈਂਸ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ, ਚਾਹੇ ਰੇਤ ਮਾਫੀਆ ਦੇ ਖਿਲਾਫ, ਤੇ ਉਹਦਾ ਜਿਹੜਾ ਹੈਗਾ ਉਹ ਅਕਾਲੀ ਦਲ ਦੇ ਮੌਕੇ ਦੇ ਉੱਤੇ ਜਿਹੜਾ ਬੈਂਸ ਦੇ ਉੱਤੇ ਪਰਚੇ ਦਰਜ ਹੁੰਦੇ ਆ। ਜਿਹੜੀ ਮੀਡੀਆ ਦੀ ਆਜ਼ਾਦੀ ਦੇ ਉੱਤੇ ਜਿਹੜਾ ਵੱਡਾ ਕੁਹਾੜਾ ਚਲਾਇਆ ਸੀ, ਜਿਹੜੇ ਜੁਝਾਰ ਬੱਸ ਵਾਲੇ ਜਿਨ੍ਹਾਂ ਦਾ ਫਾਸਟਵੇ, ਜਿਨ੍ਹਾਂ ਦਾ ਡੇਲੀ ਆ ਪੋਸਟ ਜਿਹੜਾ ਚੈਨਲ ਆ, ਇਹ ਚੈਨਲ ਵਾਲਿਆਂ ਨੇ ਸਭ ਤੋਂ ਵੱਧ ਸਿੰਘ ਮਿੱਟੀ ਚੱਕੀ ਹੋਆ। ਔਰ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਬੈਂਸ ਨੇ ਪ੍ਰੋਟੈਸਟ ਕੀਤਾ, 17 ਦਿਨ ਤੱਕ ਜੇਲ੍ਹ ਕੱਟੀ। ਤੇ ਅਕਾਲੀ ਦਲ ਦਾ ਤੇ ਕਾਂਗਰਸ ਦਾ ਤਾਂ ਅੱਖ ਮਟੱਕਾ ਹੈਗਾ ਹੀ ਆ। ਜਿਹੜੀ ਕਾਂਗਰਸ ਪਾਰਟੀ ਦਾ ਇਸ ਵੇਲੇ ਮੌਜੂਦਾ ਸੀਐਮ ਹੈਗਾ, ਉਹਦਾ ਜਿਹੜਾ ਸਿਟੀ ਸੈਂਟਰ ਘੁਟਾਲਾ, ਉਹਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਆ ਬੈਂਸ ਨੇ, ਤਾਂ ਉਹ ਕਿਉਂ ਮਦਦ ਕਰਨਗੇ? ਇਹ ਤਾਂ ਦੋਨਾਂ ਦਾ ਅੱਖ ਮਟੱਕਾ ਜ਼ਰੂਰ ਹੈਗਾ, ਇਹ ਅੰਦਰ ਖਾਤੇ ਜਿਹੜਾ ਹੈਗਾ ਰਲੇ ਹੋਏ ਆ। ਲੇਕਿਨ ਸਾਨੂੰ ਇਸ ਗੱਲ ਦੇ ਉੱਤੇ ਪੱਕਾ ਭਰੋਸਾ ਆ ਕਿ ਸਿਮਰਜੀਤ ਬੈਂਸ, ਕਿਉਂਕਿ ਉਹ ਇਨਸਾਨ ਜਿਹੜਾ ਲੋਕਾਂ ਦੇ ਹਿੱਤਾਂ ਦੇ ਲਈ ਕਈ ਵਾਰ ਜੇਲ੍ਹਾਂ ਕੱਟ ਚੁੱਕਾ, ਉਹ ਇਨਸਾਨ ਜਿਹਦੇ ਉੱਤੇ ਕਈ ਝੂਠੇ ਪਰਚੇ, ਸਰਕਾਰਾਂ ਦੇ ਨਾਲ ਪੰਗੇ ਲੈਣੇ, ਇਹ ਤਾਂ ਇੱਕ ਸਧਾਰਨ ਬੰਦੇ ਨੂੰ ਵੀ ਇੰਨੀ ਕੁ ਸਮਝ ਹੋਣੀ ਚਾਹੀਦੀ ਆ ਕਿ ਜੇ ਮੈਂ ਐਡੇ ਵੱਡੇ ਸਰਕਾਰਾਂ ਦੇ ਨਾਲ ਮੱਥਾ ਲਾਉਣਾ ਤੇ ਮੈਨੂੰ ਪਤਾ ਵੀ ਸਰਕਾਰ ਕਿਸੇ ਵੇਲੇ ਵੀ ਮੈਨੂੰ ਫਸਾ ਸਕਦੀ ਹੈ, ਤਾਂ ਇਸ ਕਰਕੇ ਝੂਠਾ ਕੇਸ ਤਾਂ ਸਰਕਾਰ ਬਣਾ ਸਕਦੀ ਆ, ਲੇਕਿਨ ਇੱਦਾਂ ਦੇ ਮਾਮਲਿਆਂ ਦੇ ਵਿੱਚ ਸੱਚਾਈ ਕੋਈ ਨਹੀਂ ਹੈ। ਇਹ ਗੱਲ ਜਿਹੜੀ ਆ ਅਸੀਂ ਪੂਰੀ ਜਿਹੜੀ ਵਿਸ਼ਵਾਸ ਦੇ ਨਾਲ ਕਹਿੰਦੇ ਹਾਂ। ਤੁਹਾਨੂੰ ਲੱਗਦਾ ਕਿ ਜਿਹੜਾ ਇਹ ਮਸਲਾ ਉੱਠਿਆ ਆ ਜਾਂ ਜਿਹੜੇ ਆਰੋਪ ਲਗਾਏ ਜਾ ਰਹੇ ਆ ਉਹਨੂੰ ਲੈ ਕੇ ਪਾਰਟੀ ਤੇ ਕੋਈ ਫਰਕ ਪਊਗਾ, ਜਾਂ ਫਿਰ ਜਿਹੜੀ ਇਹ ਸਿਮਰਜੀਤ ਬੈਂਸ ਨੂੰ ਆਪਾਂ ਜਾਣਦੇ ਕਿ ਜਿਹੜੀ ਲੋਕਪ੍ਰਿਅਤਾ ਇੰਨੀ ਵੱਧ ਚੁੱਕੀ ਆ ਉਹਦੇ ਉੱਤੇ ਕੋਈ ਫਰਕ ਪਵੇਗਾ? ਦੇਖੋ, ਤੁਸੀਂ ਕਮੈਂਟ ਪੜ੍ਹ ਕੇ ਦੇਖੋ, ਜਿੰਨੀਆਂ ਵੀ ਪੋਸਟਾਂ ਜਿਹੜੀਆਂ ਇਸ ਮਾਮਲੇ ਨੂੰ ਲੈ ਕੇ, ਜਿੰਨੀਆਂ ਵੀ ਨਿਊਜ਼ ਲੱਗੀਆਂ, ਜਿੰਨੀਆਂ ਵੀ ਕੋਈ ਇੰਟਰਵਿਊ ਹੋਈਆਂ, ਜਿੰਨੀਆਂ ਵੀ ਕੋਈ ਪ੍ਰੋਟੈਸਟ ਹੋਏ ਆ ਜਿਹੜੇ ਬੈਂਸ ਸਾਹਿਬ ਦੇ ਵਿਰੋਧ ਵਿੱਚ, ਤੁਸੀਂ ਉਹਦੇ ਥੱਲੇ ਕਮੈਂਟ ਪੜ੍ਹ ਕੇ ਦੇਖੋ, ਤੁਹਾਨੂੰ ਲੋਕਾਂ ਦੇ ਵਿਊ ਆਪਣੇ ਆਪ ਪਤਾ ਲੱਗ ਜਾਣੇ ਆ। 90% ਤੱਕ ਲੋਕ ਉਹਨਾਂ ਨੂੰ ਜਿਹੜਾ ਆ ਮੰਦੇ ਲਫ਼ਜ਼ ਬੋਲ ਰਹੇ ਆ ਆਪਣੇ ਕਮੈਂਟਸ ਦੇ ਵਿੱਚ। ਆਪਾਂ ਦੇਖਿਆ ਜਾਂਦਾ ਕਿ ਜਿਹੜੇ ਰਾਜਨੀਤਿਕ ਜੋ ਛਵੀ ਵਾਲਾ ਕੋਈ ਵੀ ਲੋਕ ਹੁੰਦਾ, ਆਪਾਂ ਪਹਿਲਾਂ ਵੀ ਦੇਖਿਆ, ਚਾਹੇ ਕਾਂਗਰਸ ਦੀ ਗੱਲ ਕਰ ਲਈਏ, ਅਕਾਲੀ ਦਲ ਦੀ, ਹੋਰ ਵੀ ਪਾਰਟੀਆਂ ਦੀ ਗੱਲ ਕਰ ਲਈਏ, ਉਹਨਾਂ ਦੇ ਜਿਹੜੇ ਨੁਮਾਇੰਦੇ ਉਹਨਾਂ ਤੇ ਕਾਫੀ ਰੇਪ ਦੇ ਕੇਸ ਵੀ ਲੱਗ ਚੁੱਕੇ ਆ, ਜਾਂ ਕਈ ਵਾਰੀ ਉਸ ਸਮੇਂ ਲੋਕਾਂ ਦਾ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਕਿ ਮੈਂ ਤਾਂ ਪੁੱਛ ਰਿਹਾ ਵੀ ਇਹ ਵਾਲਾ ਕਿ ਜੇ ਇਸ ਤਰ੍ਹਾਂ ਦਾ ਕੋਈ, ਜਾਣੀ ਜਿੱਦਾਂ, ਕਿਉਂਕਿ ਤੁਸੀਂ ਹੁਣੇ ਹੱਲੇ ਜਿਹੜੀ ਉਹ ਰੈਲੀ ਵਿੱਚ ਸ਼ਾਮਲ ਹੋਏ ਸੀਗੇ, ਉਸ ਸਮੇਂ ਤੁਹਾਨੂੰ ਕੋਈ ਇਦਾਂ ਦਾ ਵਿਰੋਧ ਕਰਨਾ ਸਹਿਣਾ ਪਿਆ ਆਮ ਲੋਕਾਂ ਦਾ, ਖਾਸ ਕਰ ਗੱਲ ਕੀਤੀ ਜਾਵੇ? ਬਿਲਕੁਲ ਵੀ ਸਾਨੂੰ ਤੁਸੀਂ ਵਿਰੋਧ ਦੀ ਗੱਲ ਕਰਦੇ ਆ, ਅਸੀਂ ਜਿਹੜੀ ਪੰਜਾਬ ਬਚਾਓ ਯਾਤਰਾ ਕੱਢੀ 16 ਤਰੀਕ ਨੂੰ, ਔਰ 16 ਨੂੰ ਹੀ ਇਹ ਇਲਜ਼ਾਮ ਲੱਗਦੇ, ਐਪਲੀਕੇਸ਼ਨ ਆਉਂਦੀ ਆ, ਤੇ 17 ਨੂੰ ਇਹ ਮਾਮਲਾ ਮੀਡੀਆ 'ਚ ਆ ਗਿਆ। 17, 18 ਤੇ 19 ਤਿੰਨ ਦਿਨ ਇਹ ਮਾਮਲਾ ਜਿਹੜਾ ਹੈਗਾ ਅਸੀਂ ਰੋਡ 'ਤੇ ਰਹੇ ਹਾਂ। ਤੇ ਜਿੱਥੇ ਸਾਡਾ ਸਵਾਗਤ ਸਾਡੇ ਪੰਜਾਬ ਦੇ ਲੋਕਾਂ ਨੇ ਕਰਨਾ ਸੀ, ਉੱਥੇ ਉਹਨਾਂ ਨੇ ਪੰਜਾਬ ਯਾਤਰਾ ਦਾ ਸਵਾਗਤ ਤਾਂ ਕਰਨਾ ਸੀ, ਲੇਕਿਨ ਨਾਲ ਹੀ ਸਾਨੂੰ ਇਹ ਗੱਲ ਕਹਿੰਦੇ ਸੀ ਵੀ ਘਬਰਾਇਓ ਨਾ, ਅਸੀਂ ਤੁਹਾਡੇ ਨਾਲ ਆ। ਇੱਕ ਵੀ ਸਿੰਗਲ ਸ਼ਖਸ ਇਸ ਪਹਿਲੇ ਦਿਨ ਅਸੀਂ 150 ਕਿਲੋਮੀਟਰ ਦੇ ਕਰੀਬ ਜਿਹੜਾ ਪਹਿਲੇ ਦਿਨ ਸਫ਼ਰ ਕੀਤਾ, ਉਸ ਤੋਂ ਬਾਅਦ ਵਿੱਚ ਅਸੀਂ 550 ਕਿਲੋਮੀਟਰ ਚੱਲੇ ਹਾਂ। 550 ਕਿਲੋਮੀਟਰ ਦੇ ਵਿੱਚ ਇੱਕ ਸਿੰਗਲ ਸ਼ਖਸ ਨਹੀਂ ਸਾਨੂੰ ਮਿਲਿਆ ਜਿਹਨੇ ਕਿਹਾ ਹੋਵੇ ਕਿ ਆਹ ਗੱਲ ਮਾੜੀ। ਉਹਨੇ ਇਹ ਗੱਲ ਕਹੀ ਵੀ ਬੈਂਸ ਸਾਹਿਬ ਘਬਰਾਇਓ ਨਾ, ਅਸੀਂ ਤੁਹਾਡੇ ਨਾਲ ਆ, ਸਾਨੂੰ ਪਤਾ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਮਾਣ ਹੈ ਪੰਜਾਬ ਦੇ ਲੋਕਾਂ ਦੇ। ਪੰਜਾਬ ਦੇ ਲੋਕ ਹੁਣ ਇੰਨੇ ਨਾ ਸਮਝ ਨਹੀਂ ਹੈਗੇ, ਉਹਨਾਂ ਨੂੰ ਸਮਝ ਹੈ ਇਸ ਗੱਲ ਦੀ ਵੀ ਕਿਹੜਾ ਲੀਡਰ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਰਿਹਾ। ਜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਰਿਹਾ ਤੇ ਉਹਦਾ ਨੁਕਸਾਨ ਕਿਹਨਾਂ ਨੂੰ ਹੋ ਰਿਹਾ? ਜਿਨ੍ਹਾਂ ਨੂੰ ਨੁਕਸਾਨ ਹੋ ਰਿਹਾ ਉਹ ਜਿਹੜੇ ਲੋਕ ਆ ਬੈਂਸ ਸਾਹਿਬ ਨੂੰ ਜਿਹੜਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ। ਇਸ ਕਰਕੇ ਇਹ ਜਿਹੜੀ ਚੀਜ਼ ਹੈਗੀ ਆ, ਇਹ ਚੀਜ਼ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਆ ਸਾਫ਼ ਹੋ ਜਾਊਗੀ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ, ਪੁਲਿਸ ਇਨਵੈਸਟੀਗੇਸ਼ਨ ਕਰੇ।
ਪੁਲਿਸ ਜਿਹੜੀ ਆ ਉਹ ਤੱਥਾਂ ਦੇ ਆਧਾਰ ਦੇ ਉੱਤੇ ਆਪਣੀ ਰਿਪੋਰਟ ਦੇਗੀ, ਤੱਥਾਂ ਦੇ ਆਧਾਰ ਦੇ ਉੱਤੇ ਰਿਪੋਰਟ ਦੇਗੀ। ਜਦੋਂ ਰਿਪੋਰਟ ਸਾਹਮਣੇ ਆ ਗਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਹੈ। ਆਸ ਰੱਖਦੇ ਹੋ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਇੱਕ ਕਹਿ ਦਈਏ ਕਿ ਸਿੱਧੇ ਤੌਰ ਤੇ ਇਹ ਜਾਂ ਸਾਫ਼ ਤੌਰ ਤੇ ਜਿਹੜਾ ਇਸ ਮਸਲੇ ਦਾ ਇਹ ਜਿਹੜਾ ਨਿਰਪੱਖ ਜਾਂਚ ਕਰੂੰਗਾ, ਜਾਂ ਫਿਰ ਜ਼ਿਆਦਾਤਰ ਆਪਾਂ ਦੇਖਿਆ ਜਾਂਦਾ ਕਿ ਪੁਲਿਸ ਉੱਤੇ ਵੀ ਇਹ ਆਰੋਪ ਲੱਗ ਜਾਂਦੇ ਆ ਕਿ ਜਿਹਦੀ ਸਰਕਾਰ ਹੁੰਦੀ ਆ ਉਹਦੇ ਕਰਕੇ ਜੋ ਉਹ ਜਿੱਧਰ ਨੂੰ ਤੋਰਦੇ ਉੱਧਰ ਨੂੰ ਇਹ ਜਿਹੜੀ ਆਪਣੀ ਇਹਨਾਂ ਦੀ ਜਿਹੜੀ ਪੁਲਿਸ ਪ੍ਰਸ਼ਾਸਨ ਹੁੰਦਾ ਉੱਧਰ ਨੂੰ ਤੁਰ ਪੈਂਦਾ। ਦੇਖੋ ਪੁਲਿਸ ਜਿਹੜੀ ਆ ਡਾਂਗ ਦੀ ਤਲਵਾਰ ਤਾਂ ਬਣਾ ਦੂਗੀ, ਲੇਕਿਨ ਡਾਂਗ ਹੱਥ 'ਚ ਹੋਣੀ ਤਾਂ ਚਾਹੀਦੀ ਆ। ਡਾਂਗ ਦੀ ਤਲਵਾਰ ਬਣਾ ਸਕਦੀ ਆ। ਮੇਰੇ ਕਹਿਣ ਦਾ ਮਤਲਬ ਕੀ ਆ ਵੀ ਆਟੇ 'ਚ ਰਲਾ ਕੇ ਲੂਣ ਗੁੰਨਿਆ ਜਾ ਸਕਦਾ, ਇਕੱਲਾ ਹੀ ਥੋੜੀ ਲੂਣ ਗੁੰਨ ਹੋ ਜਾਣਾ। ਇਸ ਕਰਕੇ ਕੋਈ ਮਾੜੀ ਮੋਟੀ ਸੱਚਾਈ ਹੁੰਦੀ ਤਾਂ ਪੁਲਿਸ ਉਹਦੇ ਨਾਲ ਥੋੜਾ ਬਹੁਤਾ ਆਪਣਾ ਐਡ ਕਰ ਲੂਗੀ, ਲੇਕਿਨ ਜਦੋਂ ਹੁਣ ਹੈਗਾ ਹੀ ਕੋਰਾ ਝੂਠ, ਉਹ 'ਚ ਪੁਲਿਸ ਕਰੂਗੀ ਕੀ? ਕੋਰੇ ਝੂਠ ਨੂੰ ਥੋੜੀ ਬਿਲਕੁਲ ਹੀ ਇੱਕ ਪਾਸੜ ਬਣਾ ਦੂਗੀ। ਜੇ ਬੰਦੇ ਨੇ ਕਿਸੇ ਨੇ ਧੱਕਾ ਮਾਰਿਆ ਤੇ ਧੱਕੇ ਦੀ ਡਾਂਗ ਬਣਾ ਸਕਦੀ ਹੈ, ਡਾਂਗ ਦਾ ਤਲਵਾਰ ਬਣਾ ਸਕਦੀ, ਤਲਵਾਰ ਦਾ ਪਿਸਤੌਲ ਬਣਾ ਸਕਦੀ ਆ। ਕੁਝ ਹੋਣਾ ਤਾਂ ਚਾਹੀਦਾ, ਲੇਕਿਨ ਇਸ ਮਾਮਲੇ ਵਿੱਚ ਤਾਂ ਹੈ ਹੀ ਕੱਖ ਨਹੀਂ। ਕੱਲਾ ਲੂਣ ਨਹੀਂ ਗੁੰਨਿਆ ਜਾਣਾ, ਆਟੇ 'ਚ ਰਲਾ ਕੇ ਲੂਣ ਗੁੰਨ ਹੁੰਦਾ, ਉਹ ਵੀ ਆਟੇ ਦੀ ਗਿਣਤੀ ਜਿਹੜੀ ਮਾਤਰਾ ਜ਼ਿਆਦਾ ਹੋਵੇ ਤੇ ਨਮਕ ਦੀ ਘੱਟ ਹੋਵੇ। ਇੱਥੇ ਕੱਲਾ ਲੂਣ ਗੁੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅਕਾਲੀ ਦਲ ਨੂੰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਸਾਫ਼ ਹੋ ਜਾਣੀ, ਫਿਰ ਇਹਨਾਂ ਨੂੰ ਮੂੰਹ ਦਿਖਾਉਣ ਨੂੰ ਜਗ੍ਹਾ ਨਹੀਂ ਲੱਭਣੀ। ਇਹ ਅੱਜ ਜਿਹੜਾ ਹੈਗਾ ਇਹ ਸਿਰਫ ਤੇ ਸਿਰਫ ਐਵੇਂ ਆਪਣੇ ਰਾਜਨੀਤਿਕ ਸਟੰਟ ਆ। ਬਈ ਭਾਈ ਜੇ ਤੁਸੀਂ ਇੰਨੇ ਹੀ ਇਮਾਨਦਾਰ ਹੋ ਨਾ, ਤੁਹਾਡੇ ਮੂਹਰੇ ਇੰਨੀਆਂ ਹਰਕਤਾਂ ਹੋਈਆਂ, ਇੱਥੋਂ ਤੱਕ ਛੱਡੋ ਅਕਾਲੀ ਦਲ ਨੇ ਰਾਜਨੀਤੀ ਕੀਤੀ ਧਰਮ ਦੇ ਨਾਮ ਦੇ ਉੱਤੇ, ਧਰਮ ਦੇ ਨਾਮ ਦੇ ਉੱਤੇ ਰਾਜਨੀਤੀ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਸ ਵੇਲੇ ਤਾਂ ਅਕਾਲੀਆਂ ਨੇ ਧਰਨੇ ਲਾਏ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਹੁਣ 267 ਸਰੂਪ ਜਿਹੜੇ ਹੈਗੇ ਆ ਉਹ ਗਾਇਬ ਹੋ ਗਏ, ਉਹ ਸਰੂਪ ਗਾਇਬ ਹੋਏ, ਉਦੋਂ ਤਾਂ ਅਕਾਲੀ ਦਲ ਨੇ ਧਰਨੇ ਲਾਏ ਨਹੀਂ। ਸਿਰਫ ਤੇ ਸਿਰਫ ਇੱਕ ਬੈਂਸ ਨੂੰ ਟਾਰਗੇਟ, ਕਿਉਂਕਿ ਰਾਜਨੀਤਿਕ ਜ਼ਮੀਨ ਜਿਹੜੀ ਆ ਉਹ ਖਿਸਕਦੀ ਨਜ਼ਰ ਆ ਰਹੀ ਹੈ। ਇਸ ਕਰਕੇ ਅਕਾਲੀ ਦਲ ਜਿਹੜਾ ਹੈਗਾ ਉਹਨਾਂ ਨੂੰ ਲੱਗਦਾ ਵੀ ਖਰਿਆ ਇਹਦੇ ਸਹਾਰੇ ਹੀ ਸਾਨੂੰ ਜ਼ਮੀਨ ਵਾਪਸ ਮਿਲ ਜੂ। ਇੱਦਾਂ ਦਾ ਕੁਝ ਨਹੀਂ ਹੋਣ ਵਾਲਾ। ਅਕਾਲੀ ਦਲ ਜਿਹੜਾ ਹੈਗਾ ਇਹ ਹੋਸ਼ੀ ਰਾਜਨੀਤੀ ਨੂੰ ਛੱਡੇ। ਸਰਦਾਰ ਸਿਮਰਜੀਤ ਸਿੰਘ ਬੈਂਸ ਜਿਹੜੇ ਆ ਉਹ ਲੋਕਾਂ ਦੇ ਨੁਮਾਇੰਦੇ ਆ ਔਰ ਹਰ ਇੱਕ ਗਰੀਬ ਦੁਖੀ ਦੀ ਉਹ ਆਵਾਜ਼ ਸੁਣਦੇ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆ ਉਹ ਉਹਨਾਂ ਦਾ ਜਿਹੜਾ ਕੱਦ ਆ ਉਹ ਡੇ ਬਾਈ ਡੇ ਵੱਧਦਾ ਜਾ ਰਿਹਾ। ਇਸ ਕਰਕੇ ਇਹਨਾਂ ਕੋਲ ਬਰਦਾਸ਼ਤ ਨਹੀਂ ਕੀਤਾ। ਸੋ ਲਾਸਟ ਵਿੱਚ ਜਿਸ ਵਿਧਵਾ ਔਰਤ ਵੱਲੋਂ ਜਿਹੜੇ ਆਰੋਪ ਲਗਾਏ ਗਏ ਉਸ ਨੂੰ ਅਤੇ ਖਾਸ ਕਰ ਜਿਹੜੇ ਅਕਾਲੀ ਦਲ ਜਿਹੜਾ ਲਗਾਤਾਰ ਤੁਹਾਡਾ ਵਿਰੋਧ ਕਰ ਰਹੀ ਹੈ ਪਾਰਟੀ ਦਾ, ਜਾਂ ਬੈਂਸ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅਸੀਂ ਤਾਂ ਦੇਖੋ ਉਹ ਭੈਣ ਨੇ ਪਤਾ ਨਹੀਂ ਕਿਹੜੇ ਬਹਿਕਾਵੇ ਦੇ ਵਿੱਚ ਆ ਕੇ ਇਹ ਆਰੋਪ ਲਗਾਤੇ ਆ। ਸ਼ਾਇਦ ਹੋ ਸਕਦਾ ਵੀ ਅੱਜ ਉਸ ਭੈਣ ਨੂੰ ਇਸ ਗੱਲ ਦਾ ਪਛਤਾਵਾ ਹੁੰਦਾ ਹੋਵੇ ਕਿ ਮੇਰੇ ਕੋਲ ਕਹਿ ਹੋ ਗਿਆ, ਇਲਜ਼ਾਮ ਲੱਗ ਗਿਆ, ਔਰ ਹੋ ਸਕਦਾ ਉਹਨੂੰ ਲੱਗਦਾ ਹੋਵੇ ਵੀ ਮੈਂ ਹੁਣ ਪਿੱਛੇ ਕਿੱਦਾਂ ਮੁੜਾਂ। ਪਰ ਕੋਈ ਗੱਲ ਨਹੀਂ, ਮੈਂ ਇਹ ਗੱਲ ਕਹੂੰਗਾ ਵੀ ਭੈਣੇ ਕੋਈ ਗੱਲ ਨਹੀਂ, ਜੇ ਤੇਰੇ ਕੋਲੋਂ ਕਿਸੇ ਦੇ ਬਹਿਕਾਵੇ ਦੇ ਵਿੱਚ ਵੀ ਆ ਕੇ ਕਹਿ ਹੋ ਗਿਆ ਨਾ ਤਾਂ ਕੋਈ ਗੱਲ ਨਹੀਂ। ਕਹਿੰਦੇ ਹੁੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਆ ਜਾਵੇ, ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਵੀ ਜੇ ਤੇਰੇ ਕੋਲ ਕਿਸੇ ਦੇ ਬਹਿਕਾਵੇ ਦੇ ਵਿੱਚ ਵੀ ਆ ਕੇ ਕੁਝ ਗੱਲ ਕਹਿ ਹੋ ਗਈ ਆ ਤੇ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਆ। ਜੇ ਤੂੰ ਗਲਤੀ ਦੇ ਨਾਲ ਪਹਿਲਾਂ ਕਿਸੇ ਦੇ ਕੋਲੋਂ ਇਹ ਇਲਜ਼ਾਮ ਲਗਾ ਕੇ ਗਲਤੀ ਮੰਨ ਲਈ ਆ ਤਾਂ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਤੂੰ ਗਲਤੀ ਤੋਂ ਤੇਰੇ ਕੋਲ ਜੇ ਗਲਤੀ ਹੋਈ ਆ ਤਾਂ ਕੋਈ ਗੱਲ ਨਹੀਂ, ਉਹਦੇ ਵਿੱਚ ਸੁਧਾਰ ਕਰ ਲੈ। ਤੇ ਅਕਾਲੀ ਦਲ ਜਿਹੜਾ ਹੈਗਾ ਇਹ ਤਾਂ ਸੁਧਾਰ ਕਦੀ ਕਰੇ ਨਹੀਂ ਸਕਦਾ। ਅਕਾਲੀ ਦਲ ਦੇ ਲੀਡਰ ਜਿਹੜੇ ਹੈਗੇ ਆ ਇਹਨਾਂ ਨੂੰ ਆਦਤ ਪੈ ਗਈ ਹੈ ਗਲਤ ਤੋਂ ਗਲਤ ਕੰਮ ਕਰਨ ਦੀ। ਇਹਨਾਂ ਦੇ ਸਾਹਮਣੇ ਤਾਂ ਸ਼ੀਸ਼ਾ ਜਿੰਨਾ ਚਿਰ ਨਹੀਂ ਦਿਖਾਈ ਦਿੰਦਾ ਉਨੀ ਦੇਰ ਤੱਕ ਇਹਨਾਂ ਨੇ ਪਿੱਛੇ ਨਹੀਂ ਹਟਣਾ। ਇਸ ਕਰਕੇ ਮੈਂ ਇਹਨਾਂ ਨੂੰ ਕਹੂੰਗਾ ਜਿਹੜੇ ਪਿੱਛੇ ਲੋਕ ਜਾਂ ਲੀਡਰਾਂ ਨੇ ਤਾਂ ਆਪਣੀ ਲੀਡਰੀ ਚਮਕਾਉਣੀ, ਜਿਹੜੇ ਪਿੱਛੇ ਲੋਕ ਹੈਗੇ ਆ ਅਕਾਲੀ ਦਲ ਦੇ ਵਰਕਰ ਦੇ ਤੌਰ ਤੇ ਜਿਹੜੇ ਜਿਨ੍ਹਾਂ ਨੂੰ ਇਹ ਗੁੰਮਰਾਹ ਕਰਕੇ ਲੈ ਕੇ ਆਉਂਦੇ ਆ, ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਘੱਟੋ ਘੱਟ ਆਓ ਭਰਾਓ ਉਸ ਬੈਂਸ ਸਾਹਿਬ ਦਾ ਦਫ਼ਤਰ ਜ਼ਰੂਰ ਦੇਖ ਕੇ ਆਇਓ, ਜਿਸ ਦਫ਼ਤਰ ਦੇ ਵਿੱਚ ਅਸੀਂ ਉਹਨੂੰ ਮੰਦਰ ਰੂਪੀ ਦਫ਼ਤਰ ਕਹਿੰਦੇ ਆ, ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਹੁੰਦਾ। ਉੱਥੇ ਕੋਈ ਚਾਂਸ ਹੀ ਹੈ ਨਹੀਂ ਕਿ ਇਦਾਂ ਦੀ ਕੋਈ ਘਟਨਾ ਜਿਹੜੀ ਆ ਉੱਥੇ ਹੋ ਸਕਦੀ, ਕੋਈ ਚਾਂਸ ਹੀ ਨਹੀਂ ਕਿਸੇ ਕਿਸਮ ਦਾ। ਇਸ ਕਰਕੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਇਹ ਲੀਡਰ, ਤਦ ਜਾ ਕੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਇਹਨਾਂ ਦੀ ਸਾਖ ਬਚਣੀ ਆ। ਸੋ ਸਾਂਢੀ ਬਿਨਾਂ ਗੱਲਬਾਤ ਕਰਨ ਲਈ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਜਰਨੈਲ ਨੰਗਲ ਹੁਣੀ, ਜਿਨ੍ਹਾਂ ਨੇ ਸਿੱਧੇ ਤੌਰ ਤੇ ਕਹੀਏ ਕਿ ਇਸ ਜਿਹੜੇ ਸਾਰੇ ਮਸਲੇ ਨੂੰ ਰਾਜਨੀਤੀ ਦਾ ਰੂਪ ਦੱਸਿਆ ਤੇ ਖਾਸ ਕਰ ਜਿਹੜੀ ਪੀੜਤ ਔਰਤ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਆ ਉਹਦੇ ਬਾਰੇ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਨਾ ਕਿਸੇ ਜਿਹੜੇ ਬਹਿਕਾਵੇ ਜਾਂ ਕਿਸੇ ਨਾ ਕਿਸੇ ਜਿਹੜੀ ਰਾਜਨੀਤਿਕ ਸਾਜ਼ਿਸ਼ ਕਹਿ ਸਕਦੇ ਆਪਾਂ, ਉਸ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹਨ। ਸੋ ਇਹ ਜਿਹੜਾ ਸਾਰਾ ਮਸਲਾ ਹੈ ਇਹਦਾ ਹੱਲ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਪ੍ਰਸ਼ਾਸਨ ਦੀ ਜਿਹੜੀ ਜਾਂਚ ਕਮੇਟੀ ਆ ਪੁਲਿਸ ਵੱਲੋਂ, ਉਹਦੀ ਰਿਪੋਰਟ ਤੋਂ ਸਾਰਿਆਂ ਸਾਹਮਣੇ ਆ ਜਾਣਾ। ਸੋ ਇਹ ਇੱਦਾਂ ਦੇ ਜਿਹੜੇ ਮਸਲੇ ਆ ਵੱਖ-ਵੱਖ ਆਪਾਂ ਦੇਖਿਆ ਕਿ ਸਮੇਂ ਉੱਤੇ ਆਉਂਦੇ ਰਹਿੰਦੇ ਆ ਕਿਤੇ ਇਹਦਾ ਰਾਜਨੀਤਿਕ ਜਿਹੜਾ ਰੂਪ ਆ ਉਹ ਖਾਸ ਕਰ ਪੰਜਾਬ ਵਿੱਚ ਤਾਂ ਵਿਰੋਧੀ ਪਾਰਟੀਆਂ ਵੱਲੋਂ ਹੁੰਦਾ ਹੀ ਹੈ। ਸੋ ਇਹਨੂੰ ਵੀ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਉਦੋਂ ਤੱਕ ਵੇਟ ਕਰਨੀ ਪਵੇਗੀ ਜਦੋਂ ਤੱਕ ਇਹ ਜਿਹੜੀ ਪ੍ਰਸ਼ਾਸਨਿਕ ਜਾਂਚ ਹੈ ਜਿਹੜੀ ਮੁਕੰਮਲ ਨਹੀਂ ਹੁੰਦੀ। ਸੋ ਮੈਨੂੰ ਅਤੇ ਕੈਮਰਾਮੈਨ ਨਿਤਿਨ ਬੱਗਾ ਨੂੰ ਦਿਓ ਇਜਾਜ਼ਤ। ਧੰਨਵਾਦ। ਫਗਵਾੜੇ ਸਿੰਘ ਟ੍ਰੋਨਿਕ ਨੇ ਮੋਬਾਈਲਾਂ ਦੀ ਦੁਨੀਆ ਵਿੱਚ ਕੀਤਾ ਧਮਾਕਾ। ਕੋਈ ਵੀ ਨਵਾਂ ਫੋਨ ਖਰੀਦੋ ਤੇ ਨਾਲ ਲੈ ਜਾਓ ਦੂਜਾ ਫੋਨ ਫ੍ਰੀ। ਇੱਥੇ ਆਨਲਾਈਨ ਨਾਲੋਂ ਵੀ ਮਿਲ ਰਹੇ ਨੇ ਸਸਤੇ ਫੋਨ। ਸਾਂਝ ਟੀਵੀ ਦੇ ਦਰਸ਼ਕਾਂ ਲਈ ਨਿਕਲਣਗੇ ਕਈ ਵੱਡੇ ਇਨਾਮ। ਨਾਲ ਹੀ ਸੈਕਿੰਡ ਹੈਂਡ ਫੋਨ ਖਰੀਦੋ ਤੇ ਪਸੰਦ ਨਾ ਆਉਣ ਤੇ 7 ਦਿਨਾਂ ਵਿੱਚ ਵਾਪਸ ਕਰਕੇ ਨਵਾਂ ਲੈ ਜਾਓ।
ਗ੍ਰਾਹਕ ਦਾ ਸਮਾਂ ਬਚਾਉਂਦੇ ਹੋਏ ਸਿਰਫ 1 ਘੰਟੇ ਦੇ ਅੰਦਰ ਕੀਤੀ ਜਾਂਦੀ ਹੈ ਮੋਬਾਈਲ ਦੀ ਰਿਪੇਅਰ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਸਿੰਗਟ੍ਰੋਨਿਕ ਮੋਬਾਈਲਸ ਗੈਜਟਸ ਐਂਡ ਮੋਰ, ਗੁਰੂ ਹਰਗੋਬਿੰਦ ਨਗਰ, ਫਗਵਾੜਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9814401824 9855522000।